Hello and welcome. My name is Amninder and my channel name is Get Knowledge with Me. I hope कि तुसी सारे वधिया होवोगे ते आपदी लाइफ ਨੂੰ enjoy कर रहे होवोगे. Well, today's topic about how to become the best version of yourself. Well, there are some rules which you have to follow to become the best version of yourself. ਜਿਹੜੇ ਰੂਲਸ ਮੈਂ ਵੀ ਆਪਦੀ ਲਾਈਫ ਦੇ ਵਿੱਚ ਇੰਪਲੀਮੈਂਟ ਕੀਤੇ ਨੇ ਐਂਡ ਇੱਥੋਂ ਤੱਕ ਦੀ ਜਰਨੀ ਲਈ ਉਹਨਾਂ ਰੂਲਸ ਨੇ ਮੇਰੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਐਂਡ ਮੈਨੂੰ ਬੈਟਰ ਤੋਂ ਬੈਸਟ ਬਣਾਉਣ ਲਈ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ. ਸੋ ਮੈਂ ਸੋਚਿਆ ਵਾਈ ਨਾਟ ਕਿ ਮੈਂ ਉਹ ਸਾਰੇ ਰੂਲਸ ਸਾਰੇ ਟਿਪਸ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਉਹ ਹੈਲਪਫੁਲ ਰਹਿਣ ਤੇ ਬੈਨੀਫੀਸ਼ੀਅਲ ਰਹਿਣ. ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਬਿਗਿਨ ਦੀ ਵੀਡੀਓ. ਐਂਡ ਜੇ ਤੁਸੀਂ ਨਵੇਂ ਹੋ ਇਸ ਚੈਨਲ ਉੱਪਰ ਦੈਨ ਡੋਂਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ to my YouTube channel. So let's start this video. ਲੀਡ ਅ ਪਰਪਸਫੁਲ ਲਾਈਫ. ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਬੈਟਰ ਤੋਂ ਬੈਸਟ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਲਈ ਕੋਈ ਇੱਕ ਏਮ ਕੋਈ ਆਬਜੈਕਟਿਵ ਕੋਈ ਗੋਲ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਸਭ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਕਿ ਅਸੀਂ ਕਿਵੇਂ ਬੈਟਰ ਤੋਂ ਬੈਸਟ ਹੋਣਾ ਹੈ. ਫੋਰ ਐਗਜ਼ਾਮਪਲ ਜੇ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਏਮ ਹੈ ਕਿ ਤੁਸੀਂ ਇੱਕ IPS ਆਫਿਸਰ ਬਣਨਾ ਚਾਹੁੰਦੇ ਹੋ ਜਾਂ ਇਸ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਉਸ ਏਮ ਨੂੰ ਤੁਸੀਂ ਅਚੀਵ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਵਿੱਚੋਂ ਗੁਜ਼ਰਨਾ ਪਊਗਾ. ਲਾਈਕ ਬਹੁਤ ਸਾਰੇ obstacles ਆਉਣਗੇ, ਹੈਪੀ ਮੂਮੈਂਟਸ, ਸੈਡ ਮੂਮੈਂਟਸ, ਫੇਲੀਅਰਸ, ਸਕਸੈਸ ਐਂਡ ਬਹੁਤ ਸਾਰੀ ਇਹ ਸੈਕਰੀਫਾਈਸਿਸ ਕਰਨੇ ਪੈਣਗੇ. ਬਹੁਤ ਸਾਰੀਆਂ ਕੰਡੀਸ਼ਨਸ ਦੇ ਵਿੱਚ ਕੰਪਰੋਮਾਈਜ਼ ਕਰਨਾ ਪਊਗਾ. ਇਹੀ ਸਾਰੀਆਂ ਚੀਜ਼ਾਂ ਤੋਂ ਤੁਸੀਂ ਸਿੱਖੋਗੇ ਕਿ ਤੁਸੀਂ ਸਿਚੁਏਸ਼ਨਸ ਨੂੰ ਕਿਵੇਂ ਹੈਂਡਲ ਕਰਨਾ ਹੈ. ਲੋਟਸ ਆਫ ਐਕਸਪੀਰੀਅੰਸ ਤੁਹਾਨੂੰ ਮਿਲਣਗੇ ਜਿਹਦੇ ਨਾਲ ਤੁਸੀਂ ਆਪਦੀ ਲਾਈਫ ਨੂੰ ਬੈਟਰ ਤੋਂ ਬੈਸਟ ਕਰ ਸਕਦੇ ਹੋ. ਸੋ ਜੇ ਤੁਹਾਡੀ ਲਾਈਫ ਦੇ ਵਿੱਚ ਏਮ ਹੀ ਨਹੀਂ ਹੈਗਾ, ਆਬਜੈਕਟਿਵ ਹੀ ਨਹੀਂ ਹੈਗਾ ਤਾਂ ਤੁਹਾਡੀ ਲਾਈਫ ਯੂਜ਼ਲੈਸ ਹੈ. ਤੁਹਾਨੂੰ ਇਹ ਸਭ ਕੁਝ ਫੇਸ ਕਰਨ ਦਾ ਕਦੇ ਮੌਕਾ ਹੀ ਨਹੀਂ ਮਿਲੂਗਾ ਐਂਡ ਕਦੇ ਵੀ ਤੁਸੀਂ ਆਪਦੀਆਂ ਅਬਿਲਿਟੀਜ਼ ਨੂੰ ਫਾਈਂਡ ਆਊਟ ਨਹੀਂ ਕਰ ਪਾਓਗੇ ਕਿਉਂਕਿ ਜਦੋਂ ਅਸੀਂ ਫਸਟ ਟਾਈਮ ਆਪਦੇ ਆਪ ਨੂੰ ਕਿਸੇ ਰਿਸਕ 'ਚ ਪਾਉਂਦੇ ਹਾਂ ਜਾਂ ਕਈ ਵਾਰੀ ਕੋਈ ਇੱਦਾਂ ਦੀ ਡਿਫਿਕਲਟ ਸਿਚੁਏਸ਼ਨ ਨੂੰ ਸਾਨੂੰ ਫੇਸ ਕਰਨਾ ਪੈਂਦਾ ਤਾਂ ਉਸ ਟਾਈਮ 'ਤੇ ਕਈ ਵਾਰੀ ਸਾਨੂੰ ਆਪਦੇ ਆਪ 'ਤੇ ਕੌਨਫੀਡੈਂਸ ਨਹੀਂ ਹੁੰਦਾ ਬਟ ਫਿਰ ਵੀ ਅਸੀਂ ਉਹ ਸਿਚੁਏਸ਼ਨ 'ਚੋਂ ਨਿਕਲ ਜਾਂਦੇ ਹਾਂ ਤਾਂ ਉਸ ਟਾਈਮ 'ਤੇ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਰੀਅਲੀ ਸਾਡੇ ਵਿੱਚ ਇਹ ਅਬਿਲਿਟੀ ਸੀ, ਸਾਡੇ ਵਿੱਚ ਇਹ ਹਿਡਨ ਟੈਲੈਂਟ ਸੀ ਜਿਹਨੂੰ ਕਿ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆ ਸਕਦੇ ਹਾਂ, ਆਪਦੇ ਆਪ ਨਾਲ ਜਾਣੂ ਕਰਵਾ ਸਕਦੇ ਹਾਂ ਕਿ ਹਾਂ ਮੇਰੇ 'ਚ ਇਹ ਟੈਲੈਂਟ ਸੀਗਾ. ਠੀਕ ਹੈ, ਇਹ ਸਭ ਕੁਝ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਕੋਈ ਏਮ ਹੁੰਦਾ ਕਿ ਮੈਂ ਇਹ ਚੀਜ਼ ਕਰਨੀ ਆ, ਮੈਂ ਕੁਝ ਬਣ ਕੇ ਦਿਖਾਉਣਾ ਹੈ ਜਾਂ ਫਿਰ ਮੈਂ ਇਹ ਚੀਜ਼ ਹਾਸਿਲ ਕਰਨੀ ਹੈ, ਮੈਂ IPS ਆਫਿਸਰ ਬਣਨਾ ਹੈ. ਸੋ ਹਮੇਸ਼ਾ ਆਪਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਏਮ ਕੋਈ ਨਾ ਕੋਈ ਗੋਲ ਜ਼ਰੂਰ ਰੱਖਿਆ ਕਰੋ. ਇਹਦੇ ਨਾਲ ਤੁਸੀਂ ਬਹੁਤ ਆਪਦੇ ਆਪ ਨੂੰ ਇੰਪਰੂਵ ਕਰੋਗੇ, ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਬਹੁਤ ਕੁਝ ਆਪਦੇ ਆਪ ਬਾਰੇ ਤੁਹਾਨੂੰ ਪਤਾ ਲੱਗੂਗਾ. ਸੋ ਆਈ ਹੋਪ ਕਿ ਰੂਲ ਨੰਬਰ 1 ਤੁਸੀਂ ਆਪਦੀ ਲਾਈਫ ਦੇ ਵਿੱਚ ਇੰਪਲੀਮੈਂਟ ਜ਼ਰੂਰ ਕਰੋਗੇ. ਵੈਲ ਮੈਂ ਤਾਂ ਇਹ ਚੀਜ਼ ਆਪਦੀ ਲਾਈਫ ਦੇ ਵਿੱਚ ਇੰਪਲੀਮੈਂਟ ਕੀਤੀ ਹੋਈ ਆ ਕਿਉਂਕਿ ਮੇਰਾ ਏਮ ਹੈਗਾ ਕਿ ਮੈਂ ਕੁਝ ਬਣ ਕੇ ਦਿਖਾਉਣਾ ਹੈ. ਦੈਟ ਇਜ਼ ਵਾਈ ਆਈ ਡੂ ਅ ਲੋਟ ਆਫ ਹਾਰਡ ਵਰਕ. ਮੈਨੂੰ ਹਾਰਡ ਵਰਕ ਕਰਨਾ ਪੈ ਰਿਹਾ ਐਂਡ ਹਾਰਡ ਵਰਕ ਕਰਕੇ ਜੋ ਸਕਸੈਸ ਮਿਲਦੀ ਹੈ ਨਾ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ. ਮੈਨੂੰ ਡੇਲੀ ਬੇਸਿਸ 'ਤੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਨੇ, ਬਹੁਤ ਸਾਰੀਆਂ ਸਿਚੁਏਸ਼ਨਸ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਕੰਪਰੋਮਾਈਜ਼ ਵੀ ਕਰਨਾ ਪੈਂਦਾ ਹੈ ਐਂਡ ਜਿਹ ਤੋਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿ ਮੈਂ ਕਿਵੇਂ ਆਪਦੀਆਂ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਹੈ ਐਂਡ ਕਿਵੇਂ ਐਕਸਪੀਰੀਅੰਸਿਸ ਨੂੰ ਗੇਨ ਕਰਨਾ ਹੈ, ਆਪਦੇ ਐਕਸਪੀਰੀਅੰਸਿਸ ਤੋਂ ਕਿਵੇਂ ਕੁਝ ਸਿੱਖਣਾ ਹੈਗਾ. ਸੋ ਸੇਮ ਅਗਰ ਤੁਸੀਂ ਵੀ ਆਪਦੀ ਲਾਈਫ ਦੇ ਵਿੱਚ ਇਹਨਾਂ ਰੂਲਸ ਨੂੰ ਇੰਪਲੀਮੈਂਟ ਕਰੋਗੇ ਤਾਂ ਡੈਫੀਨੇਟਲੀ ਇਹ ਤੁਹਾਡੇ ਲਈ ਵੀ ਹੈਲਪਫੁਲ ਸਾਬਿਤ ਹੋਣਗੇ. ਰੂਲ ਨੰਬਰ 2 ਡੂ ਨਾਟ ਗੈਟ ਸਟਕ ਇਨ ਯੋਰ ਡੈਫੀਸ਼ੀਐਂਸੀਜ਼. ਕਦੇ ਵੀ ਆਪਦੀਆਂ ਕਮੀਆਂ ਦੇ ਵਿੱਚ ਉਲਝ ਕੇ ਨਾ ਰਹਿ ਜਾਓ ਕਿਉਂਕਿ ਕਮੀਆਂ ਸਾਨੂੰ ਕਦੇ ਵੀ ਅੱਗੇ ਨਹੀਂ ਵਧਣ ਦਿੰਦੀਆਂ. ਪਰ ਇੱਕ ਗੱਲ ਇਹ ਜ਼ਰੂਰ ਯਾਦ ਰੱਖਿਓ ਕਿ ਹਰ ਇੱਕ ਪਰਸਨ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ. ਕੋਈ ਵੀ ਪਰਸਨ ਪਰਫੈਕਟ ਨਹੀਂ ਹੁੰਦਾ ਪਰ ਆਪਦੇ ਆਪ ਨੂੰ ਪਰਫੈਕਟ ਬਣਾਉਣਾ ਪੈਂਦਾ ਹੁੰਦਾ ਹੈ ਆਪਦੇ ਆਪ ਉੱਪਰ ਹਾਰਡ ਵਰਕ ਕਰਕੇ, ਮਿਹਨਤ ਕਰਕੇ. ਠੀਕ ਹੈ,
ਇੱਕ ਮੈਂ ਐਗਜ਼ਾਮਪਲ ਦੇਵਾਂ ਜੇ, ਲਾਈਕ ਮੇਰੇ ਕੋਲੇ ਵਧੀਆ ਏਜੰਟ ਨਹੀਂ ਹੈਗਾ, ਮੇਰੇ ਕੋਲੇ ਇੰਨੇ ਪੈਸੇ ਨਹੀਂ ਕਿ ਮੈਂ ਇਨਵੈਸਟ ਕਰਾਂ ਇੱਕ ਵਧੀਆ ਸੈਟਅਪ ਦੇ ਉੱਪਰ, ਠੀਕ ਹੈ। ਮੈਂ ਇੰਨੀ ਜ਼ਿਆਦਾ ਬਿਊਟੀਫੁਲ ਨਹੀਂ, ਜਾਂ ਮੇਰੇ ਕੋਲੇ ਇੰਨਾ ਜ਼ਿਆਦਾ ਕੁਝ ਬੋਲਣ ਦਾ ਹੀ ਇੰਨਾ ਇੰਪ੍ਰੈਸ, ਮੇਰਾ ਇੰਨਾ ਵਧੀਆ ਬੈਕਗਰਾਊਂਡ ਨਹੀਂ ਹੈਗਾ ਕਿ ਮੈਂ ਲੋਕਾਂ ਨੂੰ ਇੰਪ੍ਰੈਸ ਕਰਾਂ YouTube ਚੈਨਲ ਉੱਪਰ ਆਪਦਾ ਚੈਨਲ ਬਣਾ ਕੇ। ਬਟ ਐਟ ਦੀ ਸੇਮ ਟਾਈਮ ਮੇਰੇ ਕੋਲੇ ਪੈਸ਼ਨ ਆ, ਮੇਰੇ ਕੋਲ ਕੌਨਫੀਡੈਂਸ ਹੈ, ਮੇਰੇ ਕੋਲੇ ਨੌਲੇਜ ਹੈਗੀ ਆ, ਠੀਕ ਹੈ, ਮੇਰੇ ਕੋਲੇ ਮੌਕਾ ਵੀ ਹੈਗਾ ਇਹ ਸਭ ਕੁਝ ਕਰਨ ਦਾ। ਹੁਣ ਜੇ ਮੈਂ ਇਹਨਾਂ ਡੈਫੀਸ਼ੀਐਂਸੀਜ਼ ਬਾਰੇ ਸੋਚੀ ਜਾਊਂਗੀ ਐਂਡ ਇਹਨਾਂ 'ਚ ਉਲਝ ਕੇ ਰਹਿ ਜਾਊਂਗੀ, ਤਾਂ ਜਿਹੜੀਆਂ ਚੀਜ਼ਾਂ ਮੇਰੇ ਕੋਲ ਹੈ ਨਾ ਮੌਕਾ, ਮੈਂ ਉਸ ਮੌਕੇ ਨੂੰ ਵੀ ਗਵਾ ਲੂੰਗੀ, ਠੀਕ ਹੈ। ਅਗਰ ਮੈਂ ਇਹਨਾਂ ਨੂੰ ਇਗਨੋਰ ਕਰਕੇ ਆਪਦਾ ਸਟੈਪ ਇੱਕ ਅੱਗੇ ਲੈ ਕੇ ਆਵਾਂ ਐਂਡ ਇਹਨਾਂ ਚੀਜ਼ਾਂ ਉੱਪਰ ਵਰਕ ਕਰਾਂ ਜੋ ਮੇਰੇ ਕੋਲ ਹੈ, ਤਾਂ ਤੁਸੀਂ ਖੁਦ ਦੇਖੋ ਉਹ ਮੇਰੇ ਲਈ ਬੈਨੀਫੀਸ਼ੀਅਲ ਸਾਬਿਤ ਹੋਊਗਾ ਜਾਂ ਮੇਰੇ ਲਈ ਨੁਕਸਾਨਦੇਹ ਸਾਬਿਤ ਹੋਊਗਾ, ਠੀਕ ਹੈ। ਅਗਰ ਮੈਂ ਹਾਰਡ ਵਰਕ ਕਰੂੰਗੀ ਤਾਂ ਸਭ ਕੁਝ ਮੇਰੇ ਕੋਲ ਆ ਜਾਊਗਾ, ਠੀਕ ਹੈ। ਵੀਕ ਪੁਆਇੰਟਸ ਬਾਰੇ ਪਤਾ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਦੇ ਨਾਲ ਸਾਡੇ ਵਿੱਚ ਈਗੋ ਨਹੀਂ ਆਉਂਦੀ ਹੈਗੀ, ਠੀਕ ਹੈ। ਵੀਕ ਪੁਆਇੰਟਸ ਅਗਰ ਸਾਨੂੰ ਪਤਾ ਹੋਣਗੇ ਐਂਡ ਵੀਕ ਪੁਆਇੰਟਸ ਨੂੰ ਅਸੀਂ ਨਿਖਾਰਨ ਦੀ ਕੋਸ਼ਿਸ਼ ਕਰਾਂਗੇ, ਬਟ ਇਹ ਵੀ ਚੀਜ਼ ਸਹੀ ਨਹੀਂ ਨਾ ਹੈਗੀ ਕਿ ਅਸੀਂ ਵੀਕ ਪੁਆਇੰਟਸ ਬਾਰੇ ਆਲਵੇਜ਼ ਸੋਚੀ ਜਾਂਦੇ ਹਾਂ। ਜੋ ਸਾਡੇ ਵਿੱਚ ਚੰਗੀਆਂ ਗੱਲਾਂ ਨੇ, ਜੋ ਸਾਡੇ ਸਟਰੋਂਗ ਪੁਆਇੰਟਸ ਨੇ, ਅਸੀਂ ਉਹਨਾਂ ਨੂੰ ਇਗਨੋਰ ਕਰੀ ਜਾਈਏ, ਠੀਕ ਹੈ। ਸੋ ਵੀਕ ਪੁਆਇੰਟਸ ਨੂੰ ਆਲਵੇਜ਼ ਇਗਨੋਰ ਕਰੋ, ਉਹਨਾਂ ਤੋਂ ਕੁਝ ਸਿੱਖੋ। ਇਹ ਨਹੀਂ ਕਿ ਉਹਨਾਂ ਦੇ ਵਿੱਚ ਸਟਕ ਹੋ ਕੇ ਰਹਿ ਜਾਓ, ਆਪਦੀਆਂ ਡੈਫੀਸ਼ੀਐਂਸੀਜ਼ ਦੇ ਵਿੱਚ ਸਟਕ ਹੋ ਕੇ ਰਹਿ ਜਾਓ, ਠੀਕ ਹੈ। ਹਰ ਪਰਸਨ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ, ਬਟ ਉਹ ਪਰਸਨ ਦੀ ਅਗਰ ਕੋਈ ਕਮੀ ਸਾਨੂੰ ਨਜ਼ਰ ਨਹੀਂ ਆ ਰਹੀ, ਦੈਟ ਮੀਨਸ ਉਸ ਪਰਸਨ ਨੇ ਉਸ ਕਮੀ ਉੱਤੇ ਬਹੁਤ ਹਾਰਡ ਵਰਕ ਕੀਤਾ ਹੈ, ਤਾਂ ਸਾਨੂੰ ਵੀ ਹਾਰਡ ਵਰਕ ਕਰਨਾ ਚਾਹੀਦਾ ਹੈ। ਹੁਣ ਤੁਹਾਡੇ ਸਾਹਮਣੇ ਹੀ ਆ ਕਿ ਜੇ ਮੈਂ ਇਹਨਾਂ ਡੈਫੀਸ਼ੀਐਂਸੀਜ਼ ਉੱਪਰ ਸੋਚੂੰਗੀ ਤਾਂ ਮੈਂ ਮੌਕਾ ਗਵਾ ਲੂੰਗੀ, ਅਗਰ ਮੈਂ ਇਹਦੇ ਉੱਪਰ ਸੋਚੂੰਗੀ ਤੇ ਇਹਦੇ ਉੱਤੇ ਵਰਕ ਕਰੂੰਗੀ ਤਾਂ ਮੇਰੀ ਲਾਈਫ ਕਿੱਦਾਂ ਦੀ ਹੋਊਗੀ, ਹੈ ਨਾ। ਸੋ ਸੇਮ ਤੁਹਾਡੀ ਲਾਈਫ ਦੇ ਵਿੱਚ ਵੀ ਇਹੀ ਕੰਡੀਸ਼ਨਸ ਹੁੰਦੀਆਂ ਨੇ ਕਿ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਚੀਜ਼ ਨੂੰ ਆਪਦਾ ਇੱਕ ਪੈਸ਼ਨ, ਇੱਕ ਆਪਦਾ ਮੇਨ ਫੋਕਸ ਪੁਆਇੰਟ ਬਣਾਉਣਾ ਹੈ, ਵੀਕ ਪੁਆਇੰਟਸ ਨੂੰ ਜਾਂ ਸਟਰੋਂਗ ਪੁਆਇੰਟਸ ਨੂੰ। ਰੱਬ ਨੇ ਸਾਨੂੰ ਬਹੁਤ ਕੁਝ ਸਟਰੋਂਗ ਪੁਆਇੰਟਸ ਐਂਡ ਬਹੁਤ ਕੁਝ ਵਧੀਆ ਵੀ ਦਿੱਤਾ, ਹੁਣ ਉਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿਸ ਚੀਜ਼ ਉੱਪਰ ਫੋਕਸ ਕਰਦੇ ਹੋ। ਸੋ ਹਮੇਸ਼ਾ ਆਪਦੇ ਵਿੱਚ ਚੰਗੀਆਂ ਗੱਲਾਂ ਲੱਭੋ, ਨਾ ਕਿ ਬੁਰਾਈਆਂ। ਦੇਖੋ ਲੋਕਾਂ ਨੇ ਤਾਂ ਸਾਡੇ ਲਈ ਬਹੁਤ ਕੁਝ ਇਹ ਚੀਜ਼ ਕਹਿਣੀ ਹੀ ਹੁੰਦੀ ਹੈ ਕਿ ਇਹ ਪਰਸਨ ਵਧੀਆ ਨਹੀਂ ਹੈਗਾ ਜਾਂ ਇਹ ਇੱਦਾਂ ਨਹੀਂ ਹੈਗਾ, ਪਰ ਜੇ ਤੁਸੀਂ ਖੁਦ ਹੀ ਆਪਦੇ ਆਪ ਵਿੱਚ ਕਮੀਆਂ ਕੱਢੀ ਜਾਓਗੇ ਸੋ ਇਹ ਗੱਲ ਤਾਂ ਚੰਗੀ ਨਹੀਂ ਨਾ ਹੋਈ। ਹਮੇਸ਼ਾ ਆਪਦੇ ਆਪ ਦੇ ਵਿੱਚ ਇੱਕ ਚੰਗੀਆਂ ਗੱਲਾਂ ਲੱਭੋ, ਆਪਦੇ ਆਪ ਨੂੰ ਫੋਰਸ ਕਰੋ ਕਿ ਹਾਂ ਮੈਂ ਇਹ ਚੀਜ਼ ਹਾਸਿਲ ਕਰ ਸਕਦੀ ਹਾਂ, ਐਂਡ ਹਮੇਸ਼ਾ ਆਪਦੇ ਬਾਰੇ ਚੰਗਾ ਸੋਚੋ। ਸਭ ਤੋਂ ਪਹਿਲਾਂ ਤੁਸੀਂ, ਜੇ ਤੁਸੀਂ ਆਪਦੇ ਬਾਰੇ ਚੰਗਾ ਨਹੀਂ ਸੋਚ ਸਕਦੇ ਤਾਂ ਤੁਸੀਂ ਇਹ ਚੀਜ਼ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਲੋਕ ਤੁਹਾਡੇ ਬਾਰੇ ਚੰਗਾ ਸੋਚਣਗੇ। ਸੋ ਆਈ ਹੋਪ ਕਿ ਇਹ ਰੂਲ ਵੀ ਤੁਹਾਡੇ ਲਈ ਹੈਲਪਫੁਲ ਰਹੂਗਾ। ਰੂਲ ਨੰਬਰ 3, ਸੈਲਫ ਬਲੀਵ। ਸੈਲਫ ਬਲੀਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਤੁਸੀਂ ਆਪਦੀ ਲਾਈਫ ਦੇ ਵਿੱਚ ਕੋਈ ਏਮਸ ਹਾਸਿਲ ਕਰਨਾ ਚਾਹੁੰਦੇ ਹੋ, ਆਪਦੇ ਆਪ ਨੂੰ ਬੈਟਰ ਤੋਂ ਬੈਸਟ ਬਣਾਉਣਾ ਚਾਹੁੰਦੇ ਹੋ, ਜੇ ਤੁਹਾਨੂੰ ਤੁਹਾਡੇ ਉੱਪਰ ਬਲੀਵ ਹੀ ਨਹੀਂ ਹੈਗਾ ਤਾਂ ਤੁਸੀਂ ਕਦੇ ਵੀ ਆਪਦੀ ਲਾਈਫ ਦੇ ਵਿੱਚ ਏਮਸ ਜਾਂ ਆਬਜੈਕਟਿਵਸ ਨੂੰ ਕਦੇ ਅਚੀਵ ਨਹੀਂ ਕਰ ਪਾਓਗੇ। ਇਹਦੇ ਲਈ ਵੀ ਜੇ ਮੈਂ ਐਗਜ਼ਾਮਪਲ ਦੇਵਾਂ, ਬਹੁਤ ਸਾਰੇ ਇੱਦਾਂ ਦੇ ਪਰਸਨਸ ਹੋਏ ਨੇ ਜਿਨ੍ਹਾਂ ਦਾ ਬੈਕਗਰਾਊਂਡ ਉਹਨਾਂ ਨੂੰ ਸਪੋਰਟ ਨਹੀਂ ਕਰਦਾ ਸੀ, ਜਿਨ੍ਹਾਂ ਨੂੰ ਲੋਕ ਸਪੋਰਟ ਨਹੀਂ ਕਰਦੇ ਸੀ, ਜਿਨ੍ਹਾਂ ਕੋਲੇ ਪੈਸੇ ਹੈ ਨਹੀਂ ਸੀ ਕੁਝ ਕਰਨ ਦੇ ਲਈ, ਪੂਅਰ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ, ਬਟ ਅੱਜ ਉਹਨਾਂ ਲੋਕਾਂ ਦੀ ਅਸੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ, ਠੀਕ ਹੈ। ਉਹ ਸਾਡੀ ਲਾਈਫ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਸਾਡੇ ਰੋਲ ਮਾਡਲ ਬਣੇ ਹੋਏ ਨੇ। ਉਹ ਵੀ ਅੱਜ ਇੱਕ ਸਕਸੈਸਫੁਲ ਪਰਸਨ ਬਣੇ ਨੇ, ਰੈਨੋਡ ਪਰਸਨਸ ਬਣੇ ਨੇ ਜਸਟ ਬਿਕੋਜ਼ ਆਫ ਸੈਲਫ ਬਲੀਵ, ਠੀਕ ਹੈ। ਉਹਨਾਂ ਨੂੰ ਜੇ ਆਪਦੇ ਉੱਪਰ ਬਲੀਵ ਸੀ ਕਿ ਅਸੀਂ ਇਹ ਕੁਝ ਕਰ ਸਕਦੇ ਹਾਂ ਤਾਂ ਹੀ ਉਹ ਅੱਜ ਇੰਨੇ ਫੇਮਸ ਬਣੇ ਨੇ, ਅਦਰਵਾਈਜ਼ ਉਹਨਾਂ ਦੀਆਂ ਕੰਡੀਸ਼ਨਸ ਉਹਨਾਂ ਲਈ ਕਦੇ ਵੀ ਵਧੀਆ ਨਹੀਂ ਸੀਗੀਆਂ ਜਾਂ ਕਦੇ ਵੀ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੀਆਂ ਸੀਗੀਆਂ, ਠੀਕ ਹੈ। ਸੋ ਸੇਮ ਸਾਰਿਆਂ ਦੇ ਕੇਸ ਦੇ ਵਿੱਚ ਹੁੰਦਾ, ਸਾਡੇ ਲਈ ਕੰਡੀਸ਼ਨਸ ਬਹੁਤ ਆਪੋਜ਼ਿਟ ਹੋਣਗੀਆਂ, ਪਰ ਦੀ ਮੇਨ ਪੁਆਇੰਟ ਇਜ਼ ਕਿ ਜੇ ਤੁਸੀਂ ਆਪਦੇ ਆਪ ਉੱਪਰ ਬਿਲੀਵ ਨਹੀਂ ਰੱਖਦੇ ਹੈਗੇ ਕਿ ਅਸੀਂ ਇਹ ਚੀਜ਼ ਕਰ ਸਕਦੇ ਹਾਂ ਤਾਂ ਤੁਸੀਂ ਕਦੇ ਵੀ ਨਹੀਂ ਕਰ ਸਕਦੇ। ਸੋ ਰੂਲ ਨੰਬਰ 3 ਇਜ਼ ਸੈਲਫ ਬਲੀਵ। ਸੈਲਫ ਬਲੀਵ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਆਪਦੇ ਆਪ ਨੂੰ ਬੈਟਰ ਤੋਂ ਬੈਸਟ ਕਰਨ ਦੇ ਲਈ, ਗੋਲਸ ਨੂੰ ਅਚੀਵ ਕਰਨ ਦੇ ਲਈ, ਆਪਦੇ ਆਪ ਵਿੱਚ ਬਹੁਤ ਕੁਝ ਚੰਗਾ ਦੇਖਣ ਦੇ ਲਈ, ਵਧੀਆ ਕੁਝ ਹਾਸਿਲ ਕਰਨ ਦੇ ਲਈ ਸੈਲਫ ਬਲੀਵ ਇਜ਼ ਵੈਰੀ ਇੰਪੋਰਟੈਂਟ। ਰੂਲ ਨੰਬਰ 4, ਕੀਪ ਅਵੇ ਫਰੋਮ ਡਿਸਟਰੈਕਸ਼ਨਸ ਤੋਂ ਹਮੇਸ਼ਾ ਦੂਰ ਰਹੋ, ਕਿਉਂਕਿ ਡਿਸਟਰੈਕਸ਼ਨਸ ਸਭ ਤੋਂ ਜ਼ਿਆਦਾ ਇੱਕ ਇੱਦਾਂ ਦੀ ਚੀਜ਼ ਆ ਕਿ ਜਿਹੜੇ ਕਿ ਸਾਨੂੰ ਰਸਤੇ ਤੋਂ ਭਟਕਾਉਣ ਦਾ ਬਹੁਤ ਜ਼ਿਆਦਾ ਕੰਮ ਕਰਦੇ ਨੇ। ਡਿਸਟਰੈਕਸ਼ਨਸ ਦੇ ਵਿੱਚ ਕੁਝ ਵੀ ਹੋ ਸਕਦਾ, ਲਾਈਕ ਲੋਕ ਹੋ ਸਕਦੇ ਨੇ ਜਿਹੜੇ ਤੁਹਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਨੇ,
ਫਾਲਸ ਕਮੈਂਟਸ ਹੋ ਸਕਦੇ ਨੇ, ਜਾਂ ਤੁਹਾਡੀਆਂ ਸਿਚੁਏਸ਼ਨਸ ਇੱਦਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਤੁਹਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਹੁਣ ਉਹਨਾਂ ਡਿਸਟਰੈਕਸ਼ਨਸ ਦੇ ਵਿੱਚ ਉਲਝਣਾ ਕਿ ਨਹੀਂ ਉਲਝਣਾ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਲਈ ਇਹ ਚੀਜ਼ ਤੁਹਾਨੂੰ ਇਹ ਚੀਜ਼ ਡਿਸਟਰੈਕਟ ਕਰ ਰਹੀ ਆ ਤੁਹਾਡੇ ਏਮਸ ਤੋਂ, ਤੁਹਾਡੇ ਗੋਲਸ ਤੋਂ, ਤੁਹਾਡੇ ਬਿਲੀਵ ਨੂੰ ਘਟਾ ਰਹੀ ਹੈ, ਸੈਲਫ ਕੌਨਫੀਡੈਂਸ ਨੂੰ ਘਟਾ ਰਹੀ ਹੈ, ਤਾਂ ਦੈਨ ਪਲੀਜ਼ ਉਹਨਾਂ ਚੀਜ਼ਾਂ ਤੋਂ ਹੁਣੀ ਤੋਂ ਦੂਰ ਹੋਣਾ ਸ਼ੁਰੂ ਹੋ ਜਾਓ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਨੂੰ ਬਹੁਤ ਈਜ਼ੀਲੀ ਮੈਨੂਪਲੇਟ ਕਰ ਦਿੰਦੀਆਂ ਨੇ, ਸਾਡਾ ਬ੍ਰੇਨ ਵਾਸ਼ ਕਰ ਦਿੰਦੀਆਂ ਨੇ, ਐਂਡ ਅਸੀਂ ਬਹੁਤ ਈਜ਼ੀਲੀ ਆਪਦੇ ਗੋਲਸ, ਆਪਦੇ ਏਮਸ ਨੂੰ ਅਚੀਵ ਕਰਨਾ ਭੁੱਲ ਜਾਂਦੇ ਹਾਂ। ਠੀਕ ਹੈ, ਬਹੁਤ ਸਾਰੇ ਲੋਕ ਹੁੰਦੇ ਨੇ ਜੋ ਸਾਨੂੰ ਹਮੇਸ਼ਾ ਡੀਮੋਟੀਵੇਟ ਕਰਦੇ ਨੇ, ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਮੋਟਿਵ ਹੁੰਦਾ ਕਿ ਅਸੀਂ ਜੋ ਕੁਛ ਹਾਸਿਲ ਕਰ ਰਹੇ ਹਾਂ ਉਹ ਕਿਸੇ ਵੀ ਕਾਰਨ ਕਰਕੇ ਹੋ ਸਕਦਾ, ਲਾਈਕ ਜੈਲਸੀ ਫੈਕਟਰ ਹੁੰਦਾ ਕਈਆਂ ਦੇ ਵਿੱਚ, ਹੈ ਨਾ, ਕਿ ਹਾਂ ਇਹ ਪਰਸਨ ਕਿਵੇਂ ਇਹ ਕੁਛ ਕਰ ਸਕਦਾ। ਠੀਕ ਹੈ, ਤਾਂ ਕਰਕੇ ਸਾਨੂੰ ਗਲਤ ਰਸਤੇ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਕਈ ਇੱਦਾਂ ਦੀਆਂ ਮੂਵੀਜ਼ ਜਾਂ ਇੱਦਾਂ ਦੇ ਸੀਰੀਅਲਸ ਜਾਂ ਫਿਰ ਕੋਈ ਇੱਦਾਂ ਦੇ ਫਾਲਸ ਕਮੈਂਟਸ ਜਿਹੜੇ ਤੁਹਾਨੂੰ ਪੜ੍ਹ ਕੇ ਡੀਮੋਟੀਵੇਸ਼ਨਸ ਹੋਵੇ। ਸੋ ਦੀਜ਼ ਆਲ ਆਰ ਡਿਸਟਰੈਕਸ਼ਨਸ। ਸੋ ਇੱਦਾਂ ਦੀਆਂ ਡਿਸਟਰੈਕਸ਼ਨਸ ਤੋਂ ਦੂਰ ਰਹੋ। ਜਿਹੜੇ ਲੋਕਾਂ ਦੇ ਨਾਲ ਤੁਹਾਨੂੰ ਰਹਿਣਾ ਪਸੰਦ ਨਹੀਂ, ਜਿਹੜੇ ਲੋਕ ਆਲਵੇਜ਼ ਤੁਹਾਡੀ ਲਾਈਫ ਦੇ ਵਿੱਚ ਨੈਗੇਟਿਵਿਟੀ ਲੈ ਕੇ ਆਉਂਦੇ ਨੇ, ਕੀਪ ਅਵੇ ਫਰੋਮ ਦੈਟ, ਦੂਰ ਰਹੋ ਉਹਨਾਂ ਦੇ ਕੋਲੋਂ, ਕਿਉਂਕਿ ਉਹ ਤੁਹਾਨੂੰ ਹਮੇਸ਼ਾ ਤੁਹਾਡੇ ਰਸਤੇ ਤੋਂ ਭਟਕਾਉਣਗੇ, ਹਮੇਸ਼ਾ ਤੁਹਾਨੂੰ ਡੀਮੋਟੀਵੇਟ ਕਰਨਗੇ। ਐਂਡ ਡੀਮੋਟੀਵੇਸ਼ਨ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜਿਹਦੇ ਨਾਲ ਤੁਹਾਡੇ ਅੰਦਰ ਨੈਗੇਟਿਵਿਟੀ ਭਰ ਜਾਂਦੀ ਹੈ, ਐਂਡ ਈਜ਼ੀਲੀ ਤੁਸੀਂ ਆਪਦੇ ਗੋਲਸ ਐਂਡ ਆਬਜੈਕਟਿਵਸ ਤੋਂ ਪਰੇ ਹੋ ਜਾਓਗੇ। ਸੋ ਰੂਲ ਨੰਬਰ 5, ਡਿਵੈਲਪ ਐਨ ਅਟਰੈਕਟਿਵ ਪਰਸਨੈਲਿਟੀ। ਸੋ ਇਹ ਜਿਹੜਾ ਰੂਲ ਹੈਗਾ ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਅੱਜ ਕੱਲ੍ਹ ਸਾਡੀ ਪਰਸਨੈਲਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਆ ਹਰੇਕ ਫੀਲਡ ਦੇ ਵਿੱਚ, ਚਾਹੇ ਅਸੀਂ ਜੌਬ ਲੈਣ ਲਈ ਜਾਣਾ, ਚਾਹੇ ਅਸੀਂ ਕਿਸੇ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੈਗੀ ਆ, ਜਾਂ ਡੇ ਟੂ ਡੇ ਲਾਈਫ ਦੇ ਵਿੱਚ ਵੀ ਪਰਸਨੈਲਿਟੀ ਬਹੁਤ ਜ਼ਿਆਦਾ ਇਨਫਲੂਐਂਸ ਕਰਦੀ ਆ ਹਰ ਇੱਕ ਚੀਜ਼ ਨੂੰ। ਠੀਕ ਹੈ, ਬਟ ਇੱਥੇ ਪਰਸਨੈਲਿਟੀ ਦਾ ਮਤਲਬ ਇਹ ਨਹੀਂ ਹੈਗਾ ਸਿਰਫ ਆਪਦੀ ਆਊਟਰ ਲੁੱਕ ਨੂੰ ਬੈਸਟ ਕਰਨਾ, ਆਪਦੀ ਆਊਟਰ ਲੁੱਕ ਨੂੰ ਵਧੀਆ ਕਰਨਾ। ਇੱਥੇ ਪਰਸਨੈਲਿਟੀ ਦਾ ਮਤਲਬ ਇਹ ਆ ਕਿ ਅਸੀਂ ਐਕਸਟਰਨਲੀ ਵੀ ਤੇ ਇੰਟਰਨਲੀ ਵੀ ਆਪਦੀ ਪਰਸਨੈਲਿਟੀ ਨੂੰ ਕਿਵੇਂ ਇੰਪਰੂਵ ਕਰਨਾ। ਠੀਕ ਹੈ, ਅਗਰ ਪਰਸਨ ਅੰਦਰੋਂ ਵਧੀਆ ਨਹੀਂ ਹੈਗਾ, ਠੀਕ ਹੈ, ਅੰਦਰੋਂ ਇੱਕ ਵਧੀਆ ਪਰਸਨ ਨਹੀਂ ਹੈਗਾ, ਤਾਂ ਤੁਸੀਂ ਬਾਹਰੋਂ ਇੱਕ ਫੇਕ ਬਿਹੇਵ ਕਰੀ ਜਾਓ, ਦੈਟ ਇਜ਼ ਨਾਟ ਅ ਗੁੱਡ ਥਿੰਗ, ਹੈ ਨਾ। ਤਾਂ ਉਹਦੇ ਨਾਲ ਸਾਡੇ ਅੰਦਰ ਨੈਗੇਟਿਵਿਟੀ ਆਉਂਦੀ ਆ, ਐਂਡ ਕਦੇ ਵੀ ਅਸੀਂ ਆਪਦੀ ਲਾਈਫ ਦੇ ਵਿੱਚ ਬੈਸਟ ਨਹੀਂ ਬਣ ਸਕਦੇ ਹੈਗੇ, ਹੈ ਨਾ। ਸਭ ਤੋਂ ਪਹਿਲਾਂ ਤੁਹਾਨੂੰ ਵਰਕ ਕਰਨਾ ਚਾਹੀਦਾ ਕਿ ਅਸੀਂ ਅੰਦਰੋਂ ਵੀ ਇੱਕ ਵਧੀਆ ਪਰਸਨ ਬਣੀਏ। ਈਗੋ, ਜੈਲਸੀ, ਠੀਕ ਹੈ, ਇਹਨਾਂ ਸਾਰੇ ਫੈਕਟਰਸ ਨੂੰ ਘਟਾਈਏ। ਜਿਵੇਂ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਕਿ ਸਾਡੇ ਲਈ ਉਹ ਬਿਹੇਵ ਕਰਨ, ਉਵੇਂ ਹੀ ਤੁਹਾਨੂੰ ਬਿਹੇਵ ਕਰਨਾ ਚਾਹੀਦਾ, ਹੈ ਨਾ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਉਸ ਪਰਸਨ ਨੇ ਸਾਡੇ ਨਾਲ ਬੈਟਰ ਬਿਹੇਵ ਨਹੀਂ ਕੀਤਾ, ਅਸੀਂ ਐਕਸਪੈਕਟ ਕੀ ਕੀਤਾ ਸੀ ਕਿ ਉਹ ਸਾਡੇ ਨਾਲ ਵਧੀਆ ਪੋਲਾਈਟ ਵੇ ਨਾਲ ਗੱਲ ਕਰੇ, ਸਾਡੇ ਨਾਲ ਰੀਅਲ ਰਵੇ, ਠੀਕ ਆ, ਉਹ ਸਾਡੇ ਉੱਪਰ ਟਰਸਟ ਕਰੇ, ਅੰਡਰਸਟੈਂਡ ਕਰੇ ਸਾਨੂੰ। ਸੋ ਸੇਮ ਹੀ ਤੁਹਾਨੂੰ ਚੀਜ਼ਾਂ ਆਪਦੇ ਅੰਦਰ ਡਿਵੈਲਪ ਕਰਨੀਆਂ ਚਾਹੀਦੀਆਂ ਜੋ ਤੁਸੀਂ ਦੂਸਰਿਆਂ ਤੋਂ ਐਕਸਪੈਕਟ ਕਰਦੇ ਹੋ। ਠੀਕ ਹੈ, ਆਪਦੇ ਅੰਦਰ ਇੱਕ ਬੈਸਟ ਅੰਡਰਸਟੈਂਡਿੰਗ, ਗੁੱਡ ਲਿਸਨਰ, ਇੱਕ ਪੋਲਾਈਟ ਵੇ ਦੇ ਨਾਲ ਬੋਲਣਾ, ਠੀਕ ਹੈ, ਈਗੋ, ਜੈਲਸੀ ਨੂੰ ਘਟਾਉਣਾ, ਇਹ ਸਾਰੀਆਂ ਚੀਜ਼ਾਂ ਉੱਤੇ ਵਰਕ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਜਿਹੋ ਜਿਹੇ ਅਸੀਂ ਅੰਦਰੋਂ ਹੁੰਦੇ ਹਾਂ ਨਾ, ਕਿਤੇ ਨਾ ਕਿਤੇ ਬਾਹਰੋਂ ਵੀ ਅਸੀਂ ਉੱਦਾਂ ਦਾ ਹੀ ਇੱਕ ਵੇ ਆਫ ਪਰਸਨੈਲਿਟੀ ਦਿਖਾਉਣ ਲੱਗ ਜਾਂਦੇ ਹਾਂ। ਠੀਕ ਹੈ, ਸਿਰਫ ਬਾਹਰੋਂ ਸੋਹਣੇ ਬਣ ਕੇ ਰਹਿਣਾ, ਵਧੀਆ ਕੱਪੜੇ ਪਾ ਕੇ ਰਹਿਣਾ, ਇਹ ਚੀਜ਼ਾਂ ਮੈਟਰ ਕਰਦੀਆਂ ਨੇ, ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਅਸੀਂ ਆਪਦੀ ਅੰਦਰੂਨੀ ਤੌਰ 'ਤੇ ਕਿੰਨੀ ਕੁ ਪਰਸਨੈਲਿਟੀ ਨੂੰ ਇੰਪਰੂਵ ਕੀਤਾ ਹੋਇਆ, ਅਸੀਂ ਅੰਦਰੋਂ ਕਿੰਨੇ ਕੁ ਜ਼ਿਆਦਾ ਵਧੀਆ ਹੈਗੇ ਹਾਂ। ਠੀਕ ਹੈ, ਸੋ ਪਰਸਨ ਚਾਹੇ ਕਿੰਨਾ ਮਰਜ਼ੀ ਸੋਹਣਾ ਹੋਵੇ, ਪਰ ਅਗਰ ਉਹਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ, ਅਗਰ ਉਹ ਇੱਕ ਵਧੀਆ ਪਰਸਨ ਨਹੀਂ ਹੈਗਾ, ਟਰਸਟ ਵਰਥੀ ਨਹੀਂ ਹੈਗਾ, ਲੋਕਾਂ ਨੂੰ ਅੰਡਰਸਟੈਂਡ ਨਹੀਂ ਕਰਦਾ, ਕੋਆਪਰੇਟ ਨਹੀਂ ਕਰਦਾ, ਹਮੇਸ਼ਾ ਈਗੋ ਦੇ ਵਿੱਚ ਰਹਿੰਦਾ, ਤਾਂ ਉਹਦੀ ਜਿਹੜੀ ਆਊਟਰ ਪਰਸਨੈਲਿਟੀ ਹੈ ਨਾ, ਉਹ ਕਿਸੇ ਕੰਮ ਦੀ ਨਹੀਂ ਹੈਗੀ। ਸੋ ਸਭ ਤੋਂ ਪਹਿਲਾਂ ਆਪਦੇ ਆਪ ਨੂੰ ਅੰਦਰੋਂ ਨਿਖਾਰਨ ਦੀ ਕੋਸ਼ਿਸ਼ ਕਰੋ। ਆਪਦੇ ਆਪ ਨੂੰ ਅਗਰ ਤੁਸੀਂ ਬੈਸਟ ਬਣਾਉਣਾ ਚਾਹੁੰਦੇ ਹੋ ਤਾਂ ਬਾਹਰੋਂ ਵੀ ਤੁਸੀਂ ਸੋਹਣੇ ਹੀ ਲੱਗੋਗੇ, ਹੈ ਨਾ। ਜਿਵੇਂ ਬੱਚਿਆਂ ਦਾ ਮਨ ਸਾਫ਼ ਹੁੰਦਾ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਇੱਕ ਸੋਹਣੀ ਜਿਹੀ ਚਮਕ ਹੁੰਦੀ ਹੈ ਨਾ, ਉਹਨਾਂ ਦੇ ਮੂੰਹ ਜਿਹੜਾ ਹੁੰਦਾ ਉਹ ਬਹੁਤ ਮਾਸੂਮੀਅਤ ਹੁੰਦੀ ਆ, ਕਿਉਂਕਿ ਉਹਨਾਂ ਦਾ ਦਿਲ ਅੰਦਰੋਂ, ਮਨ ਅੰਦਰੋਂ ਸਾਫ਼ ਹੁੰਦਾ। ਸੇਮ ਇਸੇ ਤਰੀਕੇ ਦੀ ਅਗਰ ਤੁਸੀਂ ਆਪਦੀ ਪਰਸਨੈਲਿਟੀ ਬਣਾਉਂਦੇ ਹੋ ਨਾ, ਤਾਂ ਬਾਹਰੋਂ ਵੀ ਤੁਸੀਂ ਹਮੇਸ਼ਾ ਹੀ ਵਧੀਆ ਲੱਗੋਗੇ, ਕਦੇ ਮਾੜੇ ਨਹੀਂ ਲੱਗੋਗੇ। ਨੰਬਰ 6, ਕਲਟੀਵੇਟ ਬੀ ਹੈਪੀ ਨੇਚਰ ਇਨ ਯੋਰ ਸੈਲਫ। ਹਮੇਸ਼ਾ ਆਪਦੇ ਅੰਦਰ ਖੁਸ਼ੀ ਦੇ ਪੌਦੇ ਲਗਾਓ, ਠੀਕ ਹੈ, ਇੱਕ ਨੇਚਰ ਕਲਟੀਵੇਟ ਕਰੋ ਜਿਹਦੇ ਵਿੱਚ ਖੁਸ਼ੀ ਹੀ ਖੁਸ਼ੀ ਹੋਵੇ। ਠੀਕ ਹੈ, ਹਮੇਸ਼ਾ ਤੁਸੀਂ ਖੁਸ਼ ਰਹੋ, ਕਦੇ ਸੈਡ ਨਾ ਹੋ। ਮੈਨੂੰ ਪਤਾ ਕਿ ਅਸੀਂ ਸਿਚੁਏਸ਼ਨਸ ਨੂੰ ਕਦੇ ਹੈਂਡਲ ਨਹੀਂ ਕਰ ਸਕਦੇ, ਹਮੇਸ਼ਾ ਆਪਦੇ ਆਪ ਨੂੰ ਖੁਸ਼ ਵਾਲੇ ਮਾਹੌਲ ਦੇ ਵਿੱਚ ਨਹੀਂ ਰੱਖ ਸਕਦੇ, ਕਿਉਂਕਿ ਬਹੁਤ ਸਾਰੇ ਸੈਡ ਮੂਮੈਂਟਸ ਵੀ ਸਾਡੇ ਲਾਈਫ ਦੇ ਵਿੱਚ ਸਾਨੂੰ ਫੇਸ ਕਰਨੇ ਪੈਂਦੇ ਨੇ, ਹੈਪੀ ਮੂਮੈਂਟਸ ਵੀ ਫੇਸ ਕਰਨੇ ਪੈਂਦੇ ਨੇ, ਪਰ ਇਹ ਚੀਜ਼ ਕਦੇ ਹੈਪਨ ਨਹੀਂ ਹੋ ਸਕਦੀ, ਹੈ ਨਾ।
बट हमेशा कोशिश जरूर करो कि हमेशा आपदे आप नूं खुश रखो, क्योंकि जो असीं खुश रहने आ तो साडे अंदर एक अलग तो ही एनर्जी बनी रहिंदी आ, हमेशा पॉजिटिविटी बनी रहिंदी आ, क्योंकि पॉजिटिविटी साडे विच होना बहुत ज़्यादा जरूरी हुंदा है। अगर असीं पॉजिटिव वे दे नाल रिएक्ट नहीं करते, असीं खुश नहीं हैगे, तो साडे विच कदे एनर्जी भी नहीं होगी। तुसीं ये चीज़ देखी होनी आ, जिस टाइम के उपर असीं सैड हुंदे ना, तो साडा एनर्जी लैवल भी बहुत सैड हुंदा है ना। अगर असीं हैप्पी हुंदे हैं, बेशक असीं थके होइए, टायर्ड होइए, पर साडा एनर्जी लैवल हमेशा अप हुंदा है। सो हमेशा आपदे आप उपर इस चीज़ से वर्क करो, कल्टीवेट करो, बी हैप्पी नेचर। ईवन मैं खुद इस चीज़ के उपर वर्क कर रही हूँ, इस हैबिट के उपर, क्योंकि जो मैं खुद ये चीज़ आपदे आप उपर भी फाइंड आउट की आ कि जिस टाइम के उपर मैं खुश होवां है ना, उस टाइम के उपर मैं बहुत सारे काम बहुत ईजीली तरीके दे नाल कर लैंदी हाँ, एंड मेरी एनर्जी लैवल भी बहुत ज़्यादा हाई होंदा है। बट जिस टाइम के उपर मैं सैड होवां, चाहे मेरा काम कोई भी ना होवे करने वाला, पर मेरे तो कोई भी चीज़ हुंदी नहीं हैगी, एंड मेरे अंदर हमेशा नैगेटिव तो नैगेटिव पॉइंट्स ही ऐड ऑन होंदे रहंदे आ। सो कल्टीवेट करो बी हैप्पी नेचर। हैप्पीनैस बहुत वधिया एक रोल अदा करती है लाइफ के विच, सानू खुश रखने दे विच, साडे अंदर पॉजिटिविटी भरन दे विच। मूवमेंट्स होंदे ने, असीं सिचुएशनस नूं हैंडल नहीं कर सकते, बट असीं आपदे आप नूं किवें हैंडल करना, साडे हत्थ दे विच जरूर हुंदा है ना। सिचुएशनस नूं हैंडल करना साडे हत्थ च नहीं हुंदा, पर आपदे आप नूं हैंडल करना साडे हत्थ च हुंदा है कि असीं आपदे आप नूं उन्हां सिचुएशनस दे विच किवें रखना है, किवें उन्हां सिचुएशन च रिएक्ट करना। लास्ट बट नॉट लीस्ट, सराउंड योरसैल्फ विद द राइट पीपल। इस पॉइंट की गल तो मैं पहला भी बहुत सारिया वीडियोज़ दे विच कीती हैगी आ कि हमेशा उन्हां लोकां दे नाल रहा करो, ठीक है, उन्हां लोकां नूं आपदे आस पास रखा करो जिन्हां तो तुहानूं पॉजिटिविटी मिलती आ, ठीक है, जिन्हां तो तुहानूं कुछ सीखण नूं मिलदा, जिन्हां तो तुहानूं मोटिवेशन मिलती है, एंड जिहड़े तुहानूं लगदा कि तुहाडी लाइफ दे विच कदे भी तुहाडे लई गलत नहीं होणगे, एंड तुहानूं हमेशा अगे फोर्स करनगे जिंदगी दे विच कुछ चंगे चंगे काम करन दे लई, उन्हां लोकां दे नाल ही रहो ते उन्हां लोकां दे विच ही रहो, क्योंकि उन्हां नाल तुहानूं हमेशा पॉजिटिविटी मिलती रहूगी, ठीक है। ईवन मेरे नाल ये चीज़ हुई आ कि जिस टाइम के उपर कई बार सानूं इदां दे लोग मिल जाते हैं जिहड़े इंटरस्टिंग नहीं हुंदे, जिन्हां दा कोई एम नहीं हुंदा, या फिर जिहड़े हमेशा नैगेटिविटी दे नाल भरे रहिंदे आ, तो उहदे नाल तुहाडा मूड भी खराब हुंदा है, तुहाडी जिहड़ी एनर्जी लैवल है वह भी घटदा है, एंड तुहाडा भी मन उस तरीके का बन जाता है कि हाँ मैनूं भी ये चीज़ां करनियां नहीं चाहिए, शायद ये परसन सही कह रहा है ना। सो हमेशा चंगे बंदियां नाल, एनर्जैटिक परसन दे नाल रहोगे जिन्हां दी लाइफ दे विच कुछ एम है, कुछ बनना चाहते हैं, या वो तुहानूं इंस्पायर करते हैं, ठीक है। वो कोई भी हो सकता, जरूरी नहीं कि तुहाडे आस पास होने चाहिए ने। तुसीं सोशल मीडिया के उपर उन्होंने लोगों को फॉलो कर सकते हो जिहड़े तुहानूं तुहाडी जिंदगी दे विच इंस्पायर करते हैं, मोटिवेट करते हैं, या टीवी के उपर इदां दे लोगों को या इदां दे शोज़ देख सकते हो उन्होंने लोगों के जिहड़े तुहानूं मोटिवेट करते हैं, जिहड़े तुहानूं इंस्पायर करते हैं। घर दे विच जो परसन तुहानूं इंस्पायर करता, ज़्यादा तो ज़्यादा क्वालिटी टाइम उन्होंने नाल स्पेंड करो, ताकि वो तुहानूं फोर्स करन, मोटिवेट करन, तुहाडी जिंदगी दे विच तुहानूं वधन दे लई, अगे वधन दे लई तुहानूं फोर्स करन, ठीक है। उदां दे लोकां दे नाल रहो ते उदां दे लोकां दे नाल ही आपदे रिलेशनस बनाओ। ये चीज़ां बहुत ज़्यादा सानूं चाहे लगन कि सिंपल ने, पर बहुत ज़्यादा सानूं इन्फ्लुएंस करदियां ने सीरीयसली साडी लाइफ दे विच। ये छोटियां छोटियां गल्लां, चाहे सैल्फ बिलीव सीगा, ठीक है, चाहे तुहाडे लाइफ दे विच तुहाडा एम की गल सीगी, डिस्ट्रैक्शनस की गल सीगी, ये चीज़ां बहुत मैटर करदियां ने। एक बारी 5 मिनट तुसीं जरूर इस वीडियो तो बाद बैठ के सोचो कि तुहाडी लाइफ दे विच डिस्ट्रैक्शनस है नहीं जिन्होंने सोच सोच के तुसीं बहुत ज़्यादा चंगे काम करने बंद करते हैं, ठीक है। या तुसीं ये चीज़ सोचो कि तुसीं आपदे आप उपर कितना क बिलीव करते हो कि मैं ये चीज़ कर सकती हाँ या नहीं कर सकते। हर एक परसन दे विच एबिलिटी हुंदी आ कुछ ना कुछ करन दी, पर गल कित्थे हुंदी आ कि वो बंदा आपदे उपर बिलीव नहीं करता, सैल्फ बिलीव नहीं करता, ठीक है, आपदे उपर विश्वास नहीं रखते हैगे। क्लीयर, ये चीज़ां बहुत मैटर करदियां ने। अपार्ट फ्रॉम दिस अट्रैक्टिव परसनैलिटी, असीं किसी नूं देख के आपदे फ्रेंड सर्कल दे विच ही देख लो, उन्हां दीयां गल्लां नूं लैके असीं किन्ना क जैलस फील करदे हां, किन्ना क साडे विच ईगो आ, ठीक है। ये चीज़ां सानूं पिछे खिच्चदियां ने। हमेशा चंगे रहो, चंगे सिर्फ बनन का दिखावा नहीं, अंदरों कोशिश करो। मैं ये नहीं कहती हैगी कि मैं ये सारिया चीज़ों के 100% परफेक्ट हाँ, बट ईवन मैं ये सारिया चीज़ां ट्राई कर रही हाँ अपनी लाइफ के आपदे आप फोर्स कर रही हाँ कि ये सारिया चीज़ों मैं फॉलो करा। इत्थों तक की जर्नी लिए जिवें मैं शुरू के ही गल कीता सी कि इन्ना पॉइंट्स का मेरी लाइफ के बहुत इंपॉर्टेंट रोल प्ले होया गा, ठीक है।
ਜੇ मैं डिस्ट्रैक्शन की गल करा, फाल्स कमेंट्स आते हैं, बहुत सारे लोगों ने डीमोटिवेट भी किया रिगार्डिंग यूट्यूब वीडियोज़, ठीक है। हुण वो मेरे ते डिपेंड सी कि मैं उन्होंने गल सुननी सी कि नहीं सुननी सी, है ना। तो मैं उन्होंने गल नहीं सुनी, मैं आपदियां पॉजिटिव पॉइंट्स उपर वर्क किया तो मैं अज तुहाडे सामने वीडियोज़ बना रही हाँ। क्लीयर, मेरा एम है कि मैं कुछ बनना चाहती हाँ, मैनू आपदे उपर बिलीव है कि मैं वो हासिल कर लूँगी एंड मैं हार्डवर्क भी उस चीज़ के उपर लगा रही हाँ, ठीक है। चंगे लोगों को मैं फॉलो कर रही हाँ ਜਿਹੜੇ ਮੈਨੂੰ ਇੰਸਪਾਇਰ ਕਰਦੇ ਨੇ, ਉਹਨਾਂ ਦੀ ਮੋਟੀਵੇਸ਼ਨ, ਉਹਨਾਂ ਦੀ ਇੰਸਪੀਰੇਸ਼ਨ ਸਦਕਾ ਹੀ ਮੈਂ ਵੀਡੀਓ ਬਣਾ ਪਾਉਂਦੀ ਹਾਂ। ਸੋ ਇਹ ਸਾਰੀਆਂ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਸੀਰੀਅਸਲੀ ਮੈਨੂੰ ਇਨਫਲੂਐਂਸ ਕੀਤੀਆਂ। ਦੈਟ ਇਜ਼ ਵਾਈ ਇਹ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਕਿ ਤੁਹਾਨੂੰ ਵੀ ਇਹ ਚੀਜ਼ਾਂ ਬਹੁਤ ਇਨਫਲੂਐਂਸ ਕਰਨੀਆਂ ਐਂਡ ਇਹ ਗੱਲ ਜ਼ਰੂਰ ਸੋਚਿਓ 5 ਮਿੰਟ ਬੈਠ ਕੇ ਕਿ ਸੀਰੀਅਸਲੀ ਇਹ ਪੁਆਇੰਟਸ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਇਨਫਲੂਐਂਸ ਕਰਦੇ ਨੇ, ठीक है। तो थोनों अपने आप पता लग जूगा कि तुहाडे तुसी कित्थे मार खा रहे हो, कित्थे तुहानू पिछे खिंचिया जा रहा है एंड की कमियां तुहाडे विच हैगियां ने एंड किवें असीं उन्हां तो उपर उठना हैगा। सो आई होप कि तुहानू ये वीडियो वधिया लगी होगी, तुहाडे लई हैल्पफुल रही होगी एंड मेरी रियल लाइफ दे विच मेरे नाल ये सब कुछ होया एंड मैनू बहुत वधिया लग्या तुहाडे नाल ये पॉइंट्स शेयर करके बैटर तो बेस्ट बनन दा जो जर्नी सीगी ਉਹ ਤੁਹਾਡੇ ਨਾਲ ਸ਼ੇਅਰ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਐਂਡ ਜ਼ਰੂਰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਕਰਿਓ ਮੇਰੇ ਇਸ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਵੀ ਨਾ ਭੁੱਲਿਓ। ਤਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਐਂਡ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਸਪੈਸੀਫਿਕ ਟੌਪਿਕ ਦੇ ਉੱਪਰ ਵੀਡੀਓ ਬਣਾਵਾਂ ਦੈਨ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਆਈ ਵਿਲ ਡੈਫੀਨੇਟਲੀ ਮੇਕ ਅ ਵੀਡੀਓ ਫॉर ਯੂ। सो खुश रहो हमेशा, जो थोड़ा मन करता है वो करो, आपकी लाइफ में इंजॉय करो, खुश रहो पर, ठीक है। मिलते हैं नवी वीडियो के नाल, बाय।